ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸ਼ਟਪਦੀ 22ਵੀਂ ਤੇ ਪਦ 5ਵਾਂ ਵਿਚਾਰ ਕਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਧਰਤੀ ਉੱਤੇ ਜਿਹੜਾ ਗੁਰੂ ਮਹਾਰਾਜ ਦੀਆਂ ਰਮਜਾਂ ਸਮਝ ਸਕੇ। ਜਿੰਨੀ ਉਹ ਕਿਰਪਾ ਕਰਦੇ ਹਨ, ਜਿੰਨੀ ਉਹ ਮਿਹਰ ਕਰਦੇ ਹਨ, ਓਨਾ ਇਨਸਾਨ ਬੋਲਦਾ ਹੈ, ਓਨਾ ਸੁਣਦਾ ਹੈ ਅਤੇ ਓਨਾ ਵਿਚਾਰਦਾ ਹੈ। ਇਨਸਾਨ ਦੇ ਹੱਥ ਵਿੱਚ ਕੁਝ ਵੀ ਨਹੀਂ। ਜਿਵੇਂ ਪ੍ਰੀਤਮ ਪਿਆਰਾ ਚਲਾਉਂਦਾ ਹੈ, ਉਸ ਤਰ੍ਹਾਂ ਚੱਲਦਾ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ ਦੀ ਵਿਧੀ ਸਮਝਾਈ ਹੈ। ਆਪਣੀ ਮੈਂ ਨੂੰ ਪਰੇ ਹਟਾ ਕੇ, ਆਪਣੀ ਹਉਮੈ ਨੂੰ ਪਰੇ ਹਟਾ ਕੇ ਅਮਰ ਹੋਣ ਦੀ ਜਿਹੜੀ ਨਸੀਹਤ ਹੈ, ਪਰਮਾਤਮਾ ਦੇ ਨਾਲ ਮਿਲ ਜਾਣ ਦੀ ਅਸ਼ੀਰਵਾਦ ਹੈ, ਸਾਡੇ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖ ਨੂੰ ਦਿੱਤੀ ਹੈ। ਸੁਖਮਣੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਪਦ ਹਨ, 8 ਭਾਗ ਹਨ। 24,000 ਅੱਖਰਾਂ ਦੀ ਵਰਤੋਂ ਕੀਤੀ ਹੈ ਸੱਚੇ ਪਾਤਸ਼ਾਹ ਨੇ। ਇੱਕ ਅਸ਼ਟਪਦੀ ਦੇ ਵਿੱਚ 1,000 ਅੱਖਰ, 24 ਅਸ਼ਟਪਦੀਆਂ ਦੇ ਵਿੱਚ 24,000 ਅੱਖਰ। ਪ੍ਰਾਣੀ ਸਮੇਂ ਨੂੰ ਪਲ ਤੋਂ ਮਿਣਦਾ ਹੈ। ਇੱਕ ਛਿਨ ਮੁੱਢਲੀ ਸ਼ੁਰੂਆਤ ਹੈ ਸਮੇਂ ਦੀ ਕਿਰਿਆ ਦੀ, ਫਿਰ ਮਿੰਟ, ਫਿਰ ਘੰਟੇ, ਫਿਰ ਘੜੀਆਂ, ਫਿਰ ਪਹਿਰ, ਅਤੇ ਫਿਰ ਦਿਨ, ਅਤੇ ਫਿਰ ਰਾਤ। ਇਹ ਮੁੱਢਲੀ ਬੇਸਿਕ ਪ੍ਰਕਿਰਿਆ ਸਮੇਂ ਦੀ ਹੈ ਅਤੇ ਪ੍ਰਾਣੀ ਆਪਣੀ ਜ਼ਿੰਦਗੀ ਦੇ ਵਿੱਚ ਜਨਮ, ਪਲਣਾ, ਵੱਡਾ ਹੋਣਾ, ਗ੍ਰਹਿਸਥ ਵਸਾਉਣਾ, ਫਿਰ ਸਿਆਣਾ ਹੋ ਜਾਣਾ ਅਤੇ ਫਿਰ ਦੁਨੀਆ ਤੋਂ ਕੂਚ ਕਰ ਲੈਣਾ। ਇਹ ਸਾਰਾ ਕੁਝ ਸਮੇਂ ਦੇ ਅੰਦਰ ਹੀ ਹੁੰਦਾ ਹੈ। ਪ੍ਰਾਣੀ ਅਤੇ ਸਮੇਂ ਦਾ ਸੁਮੇਲ ਹੈ। ਦੋਨੇ ਮੁੱਕਣ ਵਾਲੇ ਹਨ, ਚੱਲਣ ਵਾਲੇ ਹਨ। ਦੂਸਰੇ ਪਾਸੇ ਪ੍ਰਭੂ ਜਿਹੜਾ ਸਿਰਜਣਹਾਰ ਹੈ, ਰਚਨਾ ਕਰਨ ਵਾਲਾ ਹੈ, ਉਹ ਅਮਰ ਹੈ, ਅਟੱਲ ਹੈ, ਸਥਾਈ ਹੈ, ਅਮੁੱਕ ਹੈ। ਆਪਣੀ ਰਚਨਾ ਦੇ ਵਿੱਚ ਉਹਨੇ ਰੰਗੀ ਬਰੰਗੀ ਦੁਨੀਆ ਸ੍ਰਿਸ਼ਟੀ ਸਾਜੀ ਹੈ ਅਤੇ ਸਭ ਤੋਂ ਉੱਤਮ ਸ਼ੋਅ ਪੀਸ ਉਹਦਾ ਆਪਣਾ ਐਮੇਜ ਹਿਊਮਨ ਬੀਇੰਗ ਹੈ, ਇਨਸਾਨ ਹੈ। ਸੱਚੇ ਪਾਤਸ਼ਾਹ ਨੇ ਇਨਸਾਨ ਨੂੰ ਸਭ ਕੁਝ ਬਖਸ਼ਿਆ ਹੈ, ਆਪਣੀ ਮਰਜ਼ੀ ਦਿੱਤੀ ਹੈ, ਉਹਨੂੰ ਅਮਰ ਹੋਣ ਦੀ ਵਿਧੀ ਸਮਝਾਈ ਹੈ, ਮਿਹਰ ਕੀਤੀ ਹੈ। ਪਰ ਜੇ ਕੁਝ ਆਪਣੀਆਂ ਜ਼ਿੰਮੇਵਾਰੀਆਂ ਨਿਭਾਵੇ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਫਰਜ਼ਾਂ ਵੱਲ, ਇਨਸਾਨ ਦੀਆਂ ਉਹਨਾਂ ਜ਼ਿੰਮੇਵਾਰੀਆਂ ਵੱਲ ਇਸ਼ਾਰਾ ਕੀਤਾ ਹੈ, ਸਮਝਾਉਣ ਦਾ ਯਤਨ ਕੀਤਾ ਹੈ ਕਿ ਪ੍ਰਾਣੀ ਸਾਹਾਂ ਦਾ ਭੰਡਾਰ ਤੈਨੂੰ ਪਰਮਾਤਮਾ ਨੇ ਦਿੱਤਾ ਹੈ। ਇਹ ਤੇਰੀ ਮਰਜ਼ੀ ਨਾਲ ਨਹੀਂ ਆਉਂਦੇ। ਇਹਨਾਂ ਸਾਹਾਂ ਨੂੰ ਚਲਾਉਣ ਵਾਲਾ ਕੋਈ ਹੋਰ ਹੈ, ਜਿਹੜਾ ਤੇਰਾ ਹੈ, ਤੇਰਾ ਪਿਤਾ ਹੈ, ਤੇਰਾ ਕ੍ਰੀਏਟਰ ਹੈ।
ਉਹਨੇ ਤੈਨੂੰ ਇਹ ਜੀਵਨ ਵਡਮੁੱਲਾ 84 ਲੱਖ ਜੂਨ ਤੋਂ ਬਾਅਦ ਦਿੱਤਾ ਹੈ। ਇੱਕ ਪੁਲ ਹੈ ਜਿੱਥੋਂ ਤੂੰ ਪਾਰ ਲੰਘ ਸਕਦਾ ਹੈ ਮੋਕਸ਼ ਦੇ ਵੱਲ, ਹਮੇਸ਼ਾ ਅਮਰ ਹੋਣ ਦੀ ਅਵਸਥਾ ਦੇ ਵੱਲ। ਇਹ ਇਨਸਾਨ ਦੁਨੀਆ ਦੁੱਖਾਂ ਦਾ ਘਰ ਹੈ। ਇਹ ਮਾਇਆ ਕਿਸੇ ਨੂੰ ਟਿਕਣ ਨਹੀਂ ਦਿੰਦੀ। ਇਹ ਬੜੀ ਹੀ ਇਸ ਕਰਕੇ ਹੈ, ਪ੍ਰਭੂ ਨੇ ਇਹਨੂੰ ਥਾਪਿਆ ਹੀ ਇਸ ਕਰਕੇ ਹੈ ਕਿ ਇਹ ਦੁਨੀਆ ਨੂੰ ਪ੍ਰਭੂ ਵੱਲ ਜਾਣ ਤੋਂ ਆਪਣੇ ਛਲ ਵਿੱਚ ਫਸਾਵੇ, ਜਾਣ ਵੱਲ ਰੋਕੇ ਤੇ ਆਪਣੇ ਛਲ ਦੇ ਵਿੱਚ ਫਸਾਵੇ, ਰੰਗ ਬਰੰਗੀ ਦੁਨੀਆ ਦੇ ਵਿੱਚ ਰੁਝਾ ਦੇਵੇ। ਬਹੁਤ ਬਾਖੂਬੀ ਦੇ ਨਾਲ ਮਾਇਆ ਆਪਣੀ ਡਿਊਟੀ ਨਿਭਾ ਰਹੀ ਹੈ। ਬਿਰਲੇ ਬਿਰਲੇ, ਥੋੜ੍ਹੇ ਥੋੜ੍ਹੇ ਗੁਰੂ ਦੀ ਕਿਰਪਾ ਦੇ ਨਾਲ ਇਹਦੇ ਜਾਲ 'ਚੋਂ ਨਿਕਲ ਜਾਂਦੇ ਹਨ। ਉਹ ਪ੍ਰਭੂ ਨੂੰ ਸਿਮਰਦੇ ਹਨ, ਉਹਨੂੰ ਪਾ ਲੈਂਦੇ ਹਨ ਤੇ ਉਹਦੇ ਬਣ ਜਾਂਦੇ ਹਨ। ਤੈਨੂੰ ਉਸ ਅਵਸਥਾ ਦੇ ਤੱਕ ਲਿਜਾਣ ਦੇ ਲਈ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੀ ਰਚਨਾ ਕੀਤੀ ਹੈ। ਇੱਕ ਇੱਕ ਅੱਖਰ ਵਡਮੁੱਲਾ ਹੈ, ਅੰਮ੍ਰਿਤ ਰੂਪੀ ਹੈ, ਤੇਰੀ ਨਈਆ ਨੂੰ ਪਾਰ ਲੰਘਾਉਣ ਦੇ ਯੋਗ ਹੈ। ਗੁਰੂ ਦੀ ਸਿਆਣਪ ਅੱਗੇ ਮਾਇਆ ਦੀ ਚਲਾਕੀ ਨਹੀਂ ਚੱਲਦੀ। ਗੁਰੂ ਦੀ ਵਿਵੇਕਤਾ ਦੇ ਅੱਗੇ ਮਾਇਆ ਦਾ ਛਲ ਫੇਲ ਹੋ ਜਾਂਦਾ ਹੈ। ਇੱਕ ਪਾਸੇ ਕੁਝ ਹੋਰ ਸਮਾਂ ਤੂੰ ਮੌਜ ਮੇਲੇ ਵਿੱਚ ਲਿਖਾ ਸਕਦਾ ਹੈ, ਤੂੰ ਆਪਣੀ ਮਰਜ਼ੀ ਕਰ ਸਕਦਾ ਹੈ, ਪਰ ਭੋਲਿਆ ਜਿਹੜਾ ਦੁੱਖਾਂ ਦਾ ਪਹਾੜ ਮਾਇਆ ਪੈਦਾ ਕਰਦੀ ਹੈ, ਉਹ ਸਾਰਦੀ ਹੈ, ਉਹ ਮੁੱਕਣ ਵਾਲਾ ਨਹੀਂ ਹੈ। 84 ਲੱਖ ਜੂਨ ਚੱਕਰ, ਫਿਰ ਇਨਸਾਨ ਦੀ ਜ਼ਿੰਦਗੀ, ਉਹਦੇ ਵਿੱਚ ਮਾਇਆ ਦਾ ਦਿੱਤਾ ਹੋਇਆ ਦੁੱਖ ਦਲਿੱਦਰ। ਤੂੰ ਕਿੰਨੀ ਦੇਰ ਭੋਗੇਗਾ, ਕਿੰਨੀ ਦੇਰ ਤੂੰ ਗੁਲਾਮ ਰਹੇਗਾ। ਤੇਰੇ ਅੰਦਰ ਛੁਪਿਆ ਹੋਇਆ ਹੰਕਾਰ ਮਾਇਆ ਦਾ ਪੁਜਾਰੀ ਹੈ, ਉਹਦੀ ਪੂਜਾ ਕਰਦਾ ਹੈ, ਉਹ ਵੀ ਅੰਧ ਵਿਸ਼ਵਾਸ ਦੇ ਨਾਲ, ਬਿਨਾਂ ਸੋਚੇ ਸਮਝੇ। ਵਿਚਾਰਿਆ ਭਲਿਆ, ਜੇ ਤੂੰ ਇਸ ਛਲ 'ਚੋਂ ਨਿਕਲਣਾ ਚਾਹੁੰਦਾ ਹੈ ਤਾਂ ਤੈਨੂੰ ਪ੍ਰੀਤਮ ਪਿਆਰੇ ਬਹੁਤ ਹੀ ਪਿਆਰੇ ਤਰੀਕੇ ਨਾਲ ਸਮਝਾ ਰਹੇ ਹਨ ਕਿ ਤੂੰ ਖੁਸ਼ੀਆਂ ਦਾ ਖਜ਼ਾਨਾ ਕਿਉਂ ਪ੍ਰਾਪਤ ਨਹੀਂ ਕਰਦਾ। ਝੱਲਿਆ, ਧਰਤੀ ਦੇ ਉੱਤੇ ਹੀਰਾ ਪਿਆ, ਦਗਦਾ, ਤੂੰ ਉਹਨੂੰ ਪੱਥਰ ਸਮਝ ਕੇ ਅੱਗੇ ਤੁਰ ਪਿਆ। ਅੱਗੇ ਲੰਘ ਗਿਆ ਤਾਂ ਦੇਖਿਆ ਤੱਕ ਨਹੀਂ ਕਿ ਹੋਵੇਗਾ ਕੋਈ ਸ਼ੀਸ਼ੇ ਦਾ ਟੁਕੜਾ ਜਾਂ ਕਿਸੇ ਬੋਤਲ ਦਾ ਟੁੱਟਿਆ ਹੋਇਆ ਹਿੱਸਾ, ਸੂਰਜ ਦੀ ਲਿਸ਼ਕੋਰ ਦਾ ਚਮਕਦਾ ਹੋਵੇਗਾ। ਤੂੰ ਬੜਾ ਬੇਪਰਵਾਹ ਹੈ। ਤੇਰੇ ਪਿੱਛੇ ਹੀਰੇ ਤਰਾਸਣ ਵਾਲਾ ਜੌਹਰੀ ਉਹਨੂੰ ਚੁੱਕ ਕੇ ਲੈ ਗਿਆ। ਆਪਣੀ ਕਾਰਾਗਰੀ ਨਾਲ ਪਰਖ ਕੇ ਦੇਖਿਆ
ਤਾਂ ਉਹਦਾ ਮੁੱਲ ਕਥਿਆ ਵੀ ਨਹੀਂ ਜਾ ਸਕਦਾ ਸੀ, ਇੰਨਾ ਕੀਮਤੀ। ਤੂੰ ਵਿਸਰ ਗਿਆ, ਉਹ ਲੈ ਗਿਆ, ਕਿਉਂਕਿ ਤੈਨੂੰ ਸਮਝ ਨਹੀਂ ਸੀ। ਤੇਰੀ ਅਕਲ ਕਿਸੇ ਹੋਰ ਪਾਸੇ ਲੱਗੀ ਹੋਈ। ਤੇਰੇ ਪਿੱਛੇ ਤੁਰਿਆ ਆਉਂਦਾ ਇਨਸਾਨ ਪ੍ਰਾਪਤ ਕਰ ਗਿਆ। ਤੂੰ ਅੱਗੇ ਜਾਣ ਵਾਲਾ ਫਾਡੀ ਰਹਿ ਗਿਆ। ਇਹੀ ਤੇਰਾ ਹਾਲ ਹੈ। ਤੇਰੀ ਸਿਆਣਪ ਤੈਨੂੰ ਮਾਰੀ ਜਾਂਦੀ ਹੈ। ਗੁਰੂ ਨੇ ਤੇਰੀ ਜ਼ਿੰਮੇਵਾਰੀ ਲਈ ਹੈ, ਤੇਰਾ ਭਲਾ ਕਰਨ ਦੇ ਲਈ। ਅਰ ਗੁਰੂ ਤੇਰੇ ਤੋਂ ਕੁਝ ਮੰਗਦਾ ਨਹੀਂ। ਤੈਨੂੰ ਇਹ ਵਿੱਦਿਆ ਪੜ੍ਹਾਉਣ ਦਾ ਕੁਝ ਹਰਜਾਨਾ ਨਹੀਂ ਮੰਗਦਾ। ਬਿਲਕੁਲ ਤੇਰੇ ਲਈ ਸਾਰਾ ਕੁਝ ਫ੍ਰੀ, ਮੁਫਤ। 24 ਘੰਟੇ ਗੁਰੂ ਹਾਜ਼ਰ ਨਾਜ਼ਰ ਹੈ। ਜੇ ਤੂੰ ਕੰਨ ਬੰਦ ਕਰਕੇ ਰੱਖੇਗਾ, ਅੱਖਾਂ ਨਹੀਂ ਖੋਲੇਗਾ, ਤੈਨੂੰ ਕਿਵੇਂ ਦਿਸੇਗਾ, ਤੈਨੂੰ ਕਿਵੇਂ ਸੁਣੇਗਾ? ਤੂੰ ਅੱਖਾਂ ਵੀ ਬੰਦ ਕਰੀ ਫਿਰਦਾ ਤੇ ਕੰਨ ਵੀ ਬੰਦ ਕਰੀ ਫਿਰਦਾ। ਜਿਹੜਾ ਰਾਗ ਤੂੰ ਸੁਣ ਰਿਹਾ, ਇਹ ਰਾਗ ਤੇਰੀ ਬਰਬਾਦੀ ਦਾ ਕਾਰਨ ਹੈ। ਗੁਰੂ ਪਿਆਰਿਆ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ। 22ਵੀਂ ਅਸ਼ਟਪਦੀ ਤੇ 5ਵੇਂ ਪਦ ਦੇ ਵਿੱਚ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਸਾਧੂਆਂ ਦੀ ਸੰਗਤ, ਜਿਨ੍ਹਾਂ ਨੇ ਮਾਇਆ ਨੂੰ ਦਾਸੀ ਬਣਾਇਆ ਹੋਇਆ। ਤੂੰ ਮਾਇਆ ਦਾ ਦਾਸ ਬਣਿਆ ਹੋਇਆ। ਉਹਨਾਂ ਨੇ ਮਾਇਆ ਨੂੰ ਦਾਸੀ ਬਣਾਇਆ ਹੋਇਆ। ਉਹਨਾਂ ਦੀ ਸੰਗਤ ਕਰਕੇ ਤੇਰੇ ਉੱਤੋਂ ਮਾਇਆ ਦਾ ਦਬਕਾ ਚੱਕਿਆ ਜਾਵੇਗਾ। ਜਿਹੜਾ ਤੇਰੇ ਦਿਲ ਦੇ ਅੰਦਰ ਡਰ ਪਿਆ ਹੋਇਆ, ਤੈਨੂੰ ਤਾਪ ਚੜਿਆ ਹੋਇਆ ਕਿ ਪਤਾ ਨਹੀਂ ਕੀ ਹੋ ਜਾਵੇਗਾ। ਜੇ ਮੈਂ ਗਰੀਬਾਂ ਦਾ ਭਲਾ ਕਰਨ ਲੱਗ ਗਿਆ, ਕੀ ਪਰਲੋ ਆ ਜਾਵੇਗੀ। ਮੈਂ ਲੋੜਵੰਦਾਂ ਦੀ ਸਹਾਇਤਾ ਕਰਨ ਤੁਰ ਪਿਆ, ਪਤਾ ਨਹੀਂ ਸਾਰਾ ਕੁਝ ਢਹਿ ਜਾਵੇਗਾ। ਕਿੱਡਾ ਵੱਡਾ ਤੇਰਾ ਵਹਿਮ ਹੈ। ਜਿਹੜਾ ਤੂੰ ਸਮਝਦਾ ਆਪਣਾ, ਉਹ ਤੇਰਾ ਕੁਝ ਵੀ ਨਹੀਂ। ਸਾਰਾ ਕੁਝ ਜਿਹੜਾ ਨਹੀਂ ਦਿਸ ਰਿਹਾ, ਨਿਰੰਕਾਰ ਦਾ ਹੀ ਹੈ। ਤੂੰ ਇੱਕ ਝੂਠਾ ਕਬਜ਼ਾ ਮੈਂ ਦੇ ਜ਼ੋਰ ਉੱਤੇ ਕਰੀ ਬੈਠਾ। ਇਹ ਕਬਜ਼ਾ ਜਿਹੜਾ ਤੇਤੋਂ ਛਡਾਉਣ ਵਾਲਾ ਹੈ, ਇਹ ਦੁਨੀਆ ਦਾ ਕੋਈ ਮਾਫੀਆ ਨਹੀਂ। ਇਹ ਉਹ ਖੁਦਾ ਹੈ ਜਿਹਨੇ ਤੇਰੀ ਰਚਨਾ ਕੀਤੀ ਹੈ, ਤੈਨੂੰ ਬਣਾਇਆ, ਤੇਰੇ ਰੋਮ ਰੋਮ ਨੂੰ ਜਾਣਦਾ ਹੈ, ਤੇਰੇ ਕਿੜ ਕਿੜ ਤੋਂ ਵਾਕਫ ਹੈ। ਦਰਅਸਲ ਤੇਰਾ ਰਿਮੋਟ ਕੰਟਰੋਲ ਉਹਦੇ ਹੱਥ 'ਚ ਹੈ। ਹੀ ਕੈਨ ਚੇਂਜ ਯੂ ਐਨੀ ਟਾਈਮ। ਉਹ ਤਾਂ ਤੈਨੂੰ ਕਦੋਂ ਵੀ ਬਦਲ ਸਕਦਾ ਹੈ। ਪਰ ਤੈਨੂੰ ਜਿਹੜੀ ਖੁਦ ਮੁਖਤਿਆਰੀ ਉਹਨੇ ਦਿੱਤੀ ਹੈ, ਸੋਵਰਨਟੀ ਦਿੱਤੀ ਹੈ, ਤੈਨੂੰ ਪ੍ਰਭੂ ਸੱਤਾ ਦਿੱਤੀ ਹੈ, ਉਹਦੀ ਵਰਤੋਂ ਕਰਨਾ ਹੈ। ਇਹ ਮਾਇਆ ਦੇ ਜਾਲ 'ਚੋਂ ਨਿਕਲ ਕੇ ਸਾਧੂਆਂ ਦਾ ਸੰਗ, ਦਰਵੇਸ਼ਾਂ ਦਾ, ਮਲੰਗਾਂ ਦਾ, ਜੰਨਾਂ ਦਾ, ਸੇਵਕਾਂ ਦਾ, ਦਾਸਾਂ ਦਾ, ਜਿਨ੍ਹਾਂ ਨੇ ਮੈਂ ਨੂੰ ਮਾਰ ਲਿਆ, ਉਹਨਾਂ ਦਾ ਸੰਗ ਕਰਕੇ ਦੇਖ ਕਿੱਦਾਂ ਦਾ ਆਨੰਦ ਮਿਲਦਾ।
ਤੂੰ ਜਿਹੜੀ ਮਾਇਆ ਪੁਜਾਰੀਆਂ ਦੀ ਸੰਗਤ ਕਰਕੇ ਖੁਸ਼ੀ ਮਨਾਉਣਾ ਹੈ, ਰੰਗ ਰਲੀਆਂ 'ਚ ਮਸਤ ਹੈ, ਤੈਨੂੰ ਚੱਲਿਆ ਪਤਾ ਹੀ ਨਹੀਂ ਕਿ ਆਨੰਦ ਕੀ ਹੁੰਦਾ। ਦੁਨੀਆ ਦੀਆਂ ਤਮਾਮ ਖੁਸ਼ੀਆਂ ਇਕੱਠੀਆਂ ਕਰਕੇ ਵੀ ਆਨੰਦ ਨਹੀਂ ਬਣਦਾ। ਆਨੰਦ ਬਹੁਤ ਉੱਚੀ ਅਵਸਥਾ ਹੈ, ਸਿਰਫ ਤੇ ਸਿਰਫ ਪ੍ਰਭੂ ਦੇ ਪਿਆਰਿਆਂ ਨੂੰ ਮਿਲਦਾ, ਉਹਦੀ ਕਿਰਪਾ ਦੇ ਨਾਲ। ਗੁਣ ਗਾਵੋ ਪ੍ਰਭ ਪਰਮਾਨੰਦ। ਤੂੰ ਗੀਤ ਗਾ ਉਸ ਸੁਆਮੀ ਦੇ ਜਿਹੜਾ ਪੂਰੀ ਖੁਸ਼ੀ ਦਾ ਖਜ਼ਾਨਾ ਸਾਂਭੀ ਬੈਠਾ, ਤੈਨੂੰ ਥੋੜੀ ਰਤੀ ਭਰ ਦੇ ਦੇਵੇਗਾ। ਉਹ ਮਹਾ ਆਨੰਦ ਜਿਹੜਾ ਤੈਂ ਕਦੇ ਚੱਖਿਆ ਹੀ ਨਹੀਂ, ਤੈਨੂੰ ਪਤਾ ਹੀ ਨਹੀਂ। ਤੂੰ ਤਾਂ ਦੁੱਖਾਂ ਨੂੰ ਸੁੱਖ ਸਮਝੀ ਫਿਰਦਾ। ਜਿਹੜੀ ਖੁਸ਼ੀ ਤੂੰ ਮਾਣ ਕੇ ਪ੍ਰਸੰਨ ਹੁੰਦਾ ਹੈ, ਉਹ ਦਰਅਸਲ ਖੁਸ਼ੀ ਨਹੀਂ, ਗਮੀ ਹੀ ਹੈ। ਜਦੋਂ ਪ੍ਰਭੂ ਦਾ ਗੀਤ ਗਾ ਲਿਆ, ਫਿਰ ਤੈਨੂੰ ਪਤਾ ਚੱਲਣਾ ਖੁਸ਼ੀ ਕੀ ਹੁੰਦੀ ਹੈ। ਉਸ ਪਰਮਾਨੰਦ ਪ੍ਰਭੂ ਦਾ ਗੀਤ ਗਾ ਕੇ ਤਾਂ ਦੇਖ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਆਧਾਰ। ਗੁਰੂ ਪਿਆਰਿਆ, ਜਦ ਤੇਰੀ ਸਾਜਨਾ ਕੀਤੀ ਅਕਾਲ ਪੁਰਖ ਨੇ, ਵੱਡੀ ਭੀੜ ਦੇ ਵਿੱਚੋਂ ਤੈਨੂੰ ਚੁਣਿਆ ਗਿਆ। ਜਿਵੇਂ ਦੁਨਿਆਵੀ ਲੋਕ ਨੌਕਰੀ ਹਜ਼ਾਰਾਂ ਦੇ ਵਿੱਚੋਂ ਕੁਝ ਕੁ ਨੂੰ ਦਿੰਦੇ ਹਨ, ਇਸੇ ਕਰਕੇ ਉਸ ਭੀੜ ਦੇ ਵਿੱਚੋਂ ਤੈਨੂੰ ਪ੍ਰੀਤਮ ਪਿਆਰੇ ਨੇ ਯੋਗ ਕੈਂਡੀਡੇਟ ਸਮਝ ਕੇ ਇਹ ਸੰਸਾਰੀ ਨੌਕਰੀ ਇਨਸਾਨ ਬਣਦੀ ਦੇ ਦਿੱਤੀ। ਤੂੰ ਮਾਤਾ ਦੇ ਗਰਭ ਦੇ ਵਿੱਚ ਪਲਿਆ, ਤੈਂ ਵਾਅਦੇ ਕੀਤੇ ਪ੍ਰਭੂ ਦੇ ਨਾਲ ਕਿ ਮੈਂ ਸਮਾਂ ਵੀ ਦੇਵਾਂਗਾ, ਪਦਾਰਥ ਵੀ ਦੇਵਾਂਗਾ, ਜਿਹੜਾ ਵੀ ਮੈਂ ਕਮਾਵਾਂਗਾ। ਪ੍ਰੋਮਿਸ ਕਰ ਲਿਆ। ਉਹਨੇ ਤੈਨੂੰ ਸਹੀ ਸਲਾਮਤ ਜਨਮ ਦੇ ਦਿੱਤਾ, ਚੰਗਾ ਪਰਿਵਾਰ ਦੇ ਦਿੱਤਾ। ਤੂੰ ਪਲਿਆ, ਵੱਡਾ ਹੋਇਆ, ਦੁਨੀਦਾਰ ਬਣ ਗਿਆ, ਤੇਰੇ ਹੱਥ 'ਚ ਸਾਰਾ ਕੁਝ ਆ ਗਿਆ ਤੇ ਤੂੰ ਭੁੱਲ ਗਿਆ। ਪ੍ਰਭੂ ਦਾ ਗੀਤ ਗਾਉਣ ਦੀ ਬਜਾਏ ਤੂੰ ਮਾਇਆ ਦਾ ਗੀਤ ਗਾਉਣ ਲੱਗ ਪਿਆ। ਚੱਲਿਆ ਜਦ ਤੂੰ ਸ਼ਰੀਕਾਂ ਦੇ ਜਾ ਕੇ ਖੁਸ਼ੀਆਂ ਮਨਾਵੇਗਾ। ਮਾਇਆ ਪ੍ਰਭੂ ਦੀ ਸ਼ਰੀਕਣੀ ਹੈ, ਬਰਾਬਰ ਦੁਕਾਨ ਚਲਾ ਰਹੀ ਹੈ। ਪ੍ਰਭੂ ਨੂੰ ਕਿਵੇਂ ਭਾਵੇਗੀ ਜਦ ਤੂੰ ਮਾਇਆ ਦਾ ਗੀਤ ਗਾਉਣਾ ਹੈ? ਤੇਰਾ ਬਣਾਉਣ ਵਾਲਾ, ਜਿਹਦੇ ਨਾਲ ਤੈਂ ਵਾਅਦਾ ਕੀਤਾ, ਕਦੋਂ ਪ੍ਰਸੰਨ ਹੋਵੇਗਾ? ਜੇ ਕਿਸੇ ਦੁਨਿਆਵੀ ਮਾਂ ਪਿਓ ਦਾ ਪੁੱਤਰ ਧੀ ਭੱਜ ਜਾਂਦੇ ਨੇ, ਨੱਸ ਜਾਂਦੇ ਨੇ, ਤੇ ਉਹਨਾਂ ਨੂੰ ਸ਼ਰੀਕ ਸਾਂਭ ਲੈਂਦੇ ਨੇ, ਉਹਨਾਂ ਦੇ ਦਿਲ 'ਤੇ ਕੀ ਬੀਤਦੀ ਹੈ? ਤੂੰ ਆਪਣੇ ਪਿਤਾ ਨੂੰ, ਪਰਮੇਸ਼ਰ ਨੂੰ ਛੱਡ ਕੇ ਮਾਇਆ ਦਾ ਰਾਗ ਅਲਾਪਦਾ। ਸਮਾਂ ਨਹੀਂ ਵਿਗੜਿਆ, ਕੁਛ ਨਹੀਂ ਵਿਗੜਿਆ ਤੇਰਾ। ਪ੍ਰਭੂ ਦਾ ਗੀਤ ਗਾ ਜਿਹੜਾ ਤੈਨੂੰ ਗੁਰੂ ਨਾਨਕ ਨੇ ਸਮਝਾਇਆ। ਰਾਮ ਨਾਮ ਤਤ ਕਰੋ ਵਿਚਾਰ। ਜਿਹੜਾ ਸਾਰਾ ਕੁਝ ਦੇਣ ਵਾਲਾ ਹੈ ਪ੍ਰਭੂ, ਉਹਦੀ ਸਾਰ ਵਸਤੂ ਦੀ ਸਮਝ ਕਰ ਲੈ ਤੇ ਉਹਦੇ ਨਾਂ ਦੀ ਬੰਦਗੀ ਇਖਤਿਆਰ ਕਰ। ਵਿਚਾਰ ਕਰ, ਚੰਗੇ ਮਾੜੇ ਵੱਲ ਦੇਖ। ਤੈਂ ਉੱਧਰ ਜਾਣਾ ਜਾਂ ਉੱਧਰ ਜਾਣਾ? ਫਿਰ ਜਿਹੜੀ ਤੈਨੂੰ ਇਹ ਸਰੀਰ ਦਿੱਤਾ, ਜਿਹਦੇ ਵਿੱਚ ਸੋਚ ਸਮਝ ਹੈ, ਪਰਖ ਹੈ, ਤੱਤਵ ਹੈ, ਵਿਚਾਰ ਹੈ, ਹਿਊਮਨ ਬੋਡੀ,
ਸਾਰਾ ਬ੍ਰਹਿਮੰਡ ਹੈ ਇਹਦੇ ਵਿੱਚ। ਜਿੰਨੇ ਦੁਨੀਆ ਦੇ ਬ੍ਰਹਿਮੰਡ ਹੈ ਸਾਰੇ ਤੇਰੇ ਸਰੀਰ ਦੇ ਵਿੱਚ ਸ਼ਾਮਲ ਕਰਤੇ ਉਹਨੇ ਪ੍ਰਮਾਤਮਾ ਨੇ। ਇਹਦਾ ਲਾਹਾ ਲੈ ਲੈ, ਇਹੀ ਤੈਨੂੰ ਪਾਰ ਉਤਾਰਨ ਵਾਲਾ ਹੈ। ਇਹ ਤੇਰਾ ਆਧਾਰ ਕਰਨ ਵਾਲਾ ਹੈ। ਤੂੰ ਇਸ ਮੁਸ਼ਕਲ ਨਾਲ ਮਿਲੇ ਸਰੀਰ ਦਾ ਫਾਇਦਾ ਕਿਉਂ ਨਹੀਂ ਉਠਾਉਂਦਾ? ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਆਓ। ਤੂੰ ਵਾਹਿਗੁਰੂ ਦੀ ਕੀਰਤੀ ਭਜਨ, ਉਹਦੇ ਸ਼ਬਦ ਦੇ ਗੀਤ ਗਾਇਨ ਕਰ। ਅੰਮ੍ਰਿਤ ਬਚਨ ਮਿੱਠੇ ਵਿਵੇਕ ਵਾਖਿਆਂ ਨਾਲੋਂ ਵੀ ਮਿੱਠੇ ਬਚਨ, ਉਹਦੇ ਗੁਣ ਗਾ। ਰੁੱਖਿਆਂ ਚੋਂ ਕੀ ਖੱਟਿਆ ਤੈਂ ਮਾਇਆ ਦੇ ਗੀਤ ਗਾ ਕੇ। ਇਹੀ ਤੇਰੀ ਆਤਮਾ ਦਾ ਪਾਰ ਉਤਾਰਾ ਕਰ ਦੇਵੇਗਾ। ਤੇ ਇੱਕੋ ਇੱਕ ਤਰੀਕਾ, ਪ੍ਰਾਨ ਤਨ ਕਾ ਇਹ ਸੁਆਓ। ਤਰੀਕਾ ਇੱਕੋ ਹੀ ਹੈ। ਹੋਰ ਟੱਕਰਾਂ ਮਾਰਨੀਆਂ ਤੂੰ ਛੱਡ ਦੇ। ਕੋਈ ਲਾਭ ਨਹੀਂ ਹੋਇਆ ਤੇ ਹੁਣ ਕੀ ਹੋ ਜਾਵੇਗਾ? ਆਠ ਪਹਿਰ ਪ੍ਰਭ ਪੇਖੋਂ ਨੇਰਾ, ਬੇਟੇ ਅਗਿਆਨ ਬੈਂਸੇ ਅੰਧੇਰਾ। 24 ਘੰਟੇ ਹੈ, 3 ਘੰਟੇ ਦਾ ਇੱਕ ਪਹਿਰ ਬਣਦਾ। 24 ਘੰਟੇ 8 ਪਹਿਰ ਇੱਕੋ ਹੀ ਚੀਜ਼ ਦੇ 2 ਨਾਮ ਹਨ, ਦਿਨ ਰਾਤ। ਪ੍ਰਭੂ ਦਾ ਨਾਮ ਸਿਮਰਨ ਕਰ ਤੇ ਉਹਨੂੰ ਬਿਲਕੁਲ ਨੇੜੇ ਪਾਵੇਗਾ। ਹੈ ਵੀ ਤੇਰੇ ਨੇੜੇ, ਬਿਲਕੁਲ ਤੇਰੇ ਸਾਥ ਦੇ ਵਿੱਚ ਬੈਠਾ। ਜਿਹੜਾ ਮਾਇਆ ਨੇ ਹਨੇਰਾ ਕੀਤਾ ਹੋਇਆ, ਮਾਇਆ ਨੇ ਸਾਰੀਆਂ ਹੀ ਵਿੰਡੋਆਂ ਬੰਦ ਕੀਤੀਆਂ ਹੋਈਆਂ ਨੇ। ਜਦੋਂ ਪ੍ਰਭੂ ਦੇ ਤਪ ਦੀ ਤੇਜ ਦੀ ਰੋਸ਼ਨੀ ਆ ਗਈ ਤਾਂ ਸਾਰੇ ਹਨੇਰੇ ਖਤਮ ਹੋ ਜਾਣਗੇ, ਮਿਟ ਜਾਣਗੇ। ਇਹ ਹਨੇਰੇ ਆਈ ਇਸ ਕਰਕੇ ਹਨ ਕਿ ਤੇਰਾ ਜਿਹੜਾ ਧਿਆਨ ਹੈ ਪ੍ਰਭੂ ਵੱਲੋਂ ਟੁੱਟਿਆ। ਉਹਨਾਂ ਨੂੰ ਮੌਕਾ ਮਿਲ ਗਿਆ ਤੇਰੇ ਜੀਵਨ ਨੂੰ ਹਨੇਰਾ ਕਰਨ ਦਾ। ਸੁਣ ਉਪਦੇਸ਼ ਹਿਰਦੈ ਵਿਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਗੁਰੂ ਦੀ ਮੱਤ, ਗੁਰੂ ਦਾ ਉਪਦੇਸ਼, ਸਿੱਖ ਮੱਤ ਤੂੰ ਸਰਵਣ ਕਿਉਂ ਨਹੀਂ ਕਰਦਾ? ਆਪਣੇ ਮਨ ਦੇ ਵਿੱਚ ਕਿਉਂ ਨਹੀਂ ਵਸਾਉਂਦਾ? ਲਾਭ ਹੀ ਲਾਭ ਹੈ। ਜਿਹਨੇ ਮਨ ਦੇ ਵਿੱਚ ਵਸਾ ਲਿਆ ਉਹਨੇ ਮਹਾ ਆਨੰਦ ਪਾ ਲਿਆ। ਉਹ ਨਿਕਲ ਗਿਆ ਇਸ ਦੁਨੀਆ ਦੀਆਂ ਖੁਸ਼ੀਆਂ ਗਮੀਆਂ ਦੇ ਵਿੱਚੋਂ ਬਾਹਰ। 5 ਤੱਤਾਂ ਚੋਂ ਆਜ਼ਾਦ ਹੋ ਗਿਆ। ਉਹਨੂੰ ਸਾਰੀ ਦੁਨੀਆ ਤਮਾਸ਼ਾ ਲੱਗਣ ਲੱਗ ਪਈ। ਮਾਇਆ ਦੇ ਸਤਾਏ ਹੋਏ ਲੋਕ ਵਿਚਾਰੇ, ਉਹਨੂੰ ਤਰਸ ਆਉਣ ਲੱਗ ਪਿਆ ਇਹਨਾਂ ਲੋਕਾਂ ਉੱਤੇ, ਦੁਖੀਆਂ ਤੇ। ਜਿਵੇਂ ਮਹਾਤਮਾ ਬੁੱਧ ਨੂੰ ਆਇਆ ਸੀ, ਜੀਸਸ ਕ੍ਰਾਈਸਟ ਨੂੰ ਆਇਆ ਸੀ, ਔਰ ਗੁਰੂ ਨਾਨਕ ਨੂੰ ਆਇਆ ਸੀ। ਉਹ ਇਲਮ ਉਹਨੂੰ ਆ ਗਿਆ। ਉਹਨੂੰ ਗੁਰੂ ਨੇ ਭੇਦ ਸਮਝਾ ਦਿੱਤਾ। ਹੁਣ ਉਹਦੀ ਇੱਛਾ ਹੀ ਨਹੀਂ ਰਹੀ। ਇੱਛਾਵਾਂ ਮੁੱਕ ਗਈਆਂ। ਇੱਕੋ ਹੀ ਇੱਛਾ 24 ਘੰਟੇ ਪ੍ਰਭੂ ਦਰਸ਼ਨ ਦੀ।
ਪ੍ਰਭੂ ਦਾ ਗੀਤ ਗਾਉਣ ਦੀ, ਉਹਨੂੰ ਸਿਮਰਤ ਕਰਨ ਦੀ। ਸੁਨ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਜਦੋਂ ਇਹ ਅਵਸਥਾ ਆ ਗਈ, ਉਹਨੂੰ ਪ੍ਰਭੂ ਸ਼ਾਖ ਸ਼ਾਖ ਮਿਲ ਗਿਆ, ਫਿਰ ਉਹ ਵੰਡਣ ਵਾਲਾ ਬਣ ਗਿਆ। ਜਿਹੜਾ ਕੁਝ ਵੀ ਮੰਗਦਾ ਉਹਨੂੰ ਮਿਲੀ ਜਾਂਦਾ, ਉਹ ਵੰਡੀ ਜਾਂਦਾ ਆਪਣੇ ਗੁਰੂ ਦੀ ਤਰ੍ਹਾਂ। ਜਦੋਂ ਗੁਰੂ ਸਾਹਿਬ ਮੋਦੀ ਖਾਨੇ ਦੇ ਵਿੱਚ ਬੈਠੇ ਗਰੀਬਾਂ ਦਾ ਭਲਾ ਕਰ ਰਹੇ ਸੀ, ਤਾਂ 1 2 ਤੋਂ ਸ਼ੁਰੂ ਕੀਤੀ ਗਿਣਤੀ ਜਦ 13 ਤੇ ਪਹੁੰਚੀ, ਉਹਨਾਂ ਨੂੰ ਗਿਆਨ ਆ ਗਿਆ ਪ੍ਰਭੂ ਦੀ ਸ੍ਰਿਸ਼ਟੀ ਦਾ, ਸ਼ਾਖ ਸ਼ਾਖ ਪ੍ਰਭੂ ਦਾ। 13 13 13, ਸਾਰਾ ਕੁਝ ਤੇਰਾ, ਸੰਸਾਰ ਤੇਰਾ, ਕੁਦਰਤ ਤੇਰੀ, ਗੀਤ ਤੇਰਾ। ਹੁਣ ਮੈਂ ਨੌਕਰੀ ਨਹੀਂ ਕਰਾਂਗਾ, ਉਹਨੇ ਕਹਿ ਦਿੱਤਾ। ਮੈਂ ਹੁਣ ਨੌਕਰੀ ਕਰਾਂਗਾ ਤਾਂ ਨਿਰੰਕਾਰ ਦੀ ਹੀ ਕਰਾਂਗਾ, ਜਿੱਥੇ ਸਿਰਫ ਤੇਰਾ 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 ਹੀ ਚੱਲਦਾ ਹੈ। ਗੁਰੂ ਪਿਆਰਿਆ, ਇਹ ਝੂਠਾ ਸਾਥ ਛੱਡ ਕੇ ਅਸਲੀ ਦੋਸਤੀ ਪਾ ਲੈ, ਜਿਹੜਾ ਨਿਭਾਉਣੇ ਵਾਲਾ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ, ਸਾਧ ਸੰਗ ਮਿਲ ਕਰੋ ਆਨੰਦ, ਮੇਕ ਮੈਰੀ ਇਨ ਦਾ ਕੰਗਰੀਗੇਸ਼ਨ ਆਫ ਸੇਂਟਸ, ਗੁਣ ਗਾਵੋ ਪ੍ਰਭ ਪਰਮਾਨੰਦ, sing thou the praises of the Lord, the embodiment of supreme bliss. ਰਾਮ ਨਾਮ ਤਤ ਕਰੋ ਵਿਚਾਰ, embrace thou the meditation of God's name, the real thing. ਦੁਰਲਭ ਦੇ ਕਾ ਕਰੋ ਉਧਾਰ, like this save thy scarcely obtainable human body. ਅੰਮ੍ਰਿਤ ਬਚਨ ਹਰ ਕੇ ਗੁਣ ਗਾਉ, sing thou the ambrosial hymns of God's praise. ਪ੍ਰਾਨ ਤਨ ਕਾ ਇਹ ਸੁਆਉ, this is the way, only way to save thy soul. ਆਠ ਪਹਿਰ ਪ੍ਰਭ ਪੇਖੋ ਨੇਰਾ, the whole day long behold thou the Lord just near thee. ਸੁਨ ਉਪਦੇਸ਼ ਆਠ ਪਹਿਰ ਪ੍ਰਭ ਪੇਖੋ ਨੇਰਾ, ਬੇਟੇ ਅਗਿਆਨ ਬੈਂਸੇ ਅੰਧੇਰਾ, thy ignorancy shall depart and darkness be dispelled. ਸੁਨ ਉਪਦੇਸ਼ ਹਿਰਦੈ ਵਸਾਵੋ, learn, listen Guru's instruction and priceless advice and treasure of wisdom, and they save in your heart. ਮਨ ਇੱਛੇ ਨਾਨਕ ਫਲ ਪਾਵੋ, so shalt thou, O Nanak, obtain the fruit of thy heart's desires. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖ ਨੂੰ ਇਸ ਜੰਜਾਲ ਚੋਂ ਨਿਕਲਣ ਦੇ ਲਈ, ਮਹਾ ਖੁਸ਼ੀ ਪ੍ਰਾਪਤ ਕਰਨ ਦੇ ਲਈ, ਮਹਾ ਆਨੰਦ ਦੀ ਅਵਸਥਾ ਦੇ ਵਿੱਚ ਜਾਣ ਦੇ ਲਈ
ਇਹ ਬਹੁਤ ਵਧੀਆ ਵਿਧੀ ਸਮਝਾਈ ਹੈ। ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਪ੍ਰਭੂ ਦੀ ਉਸਤਤ, ਪ੍ਰਭੂ ਦੀ ਵਡਿਆਈ, ਸੱਚੇ ਪਾਤਸ਼ਾਹ ਦਾ ਗੀਤ ਗਾਇਆ, ਉਹਦਾ ਵਿਰਾਟ ਰੂਪ, ਉਹਦਾ ਪ੍ਰਕਾਰ ਰੂਪ, ਉਹਦਾ ਸੂਖਮ ਰੂਪ, ਉਹਦਾ ਸੱਚਾ ਰੂਪ ਆਪਣੇ ਪਿਆਰੇ ਸਿੱਖ ਨੂੰ ਸਮਝਾਇਆ। ਦੂਸਰਾ ਵਿਸ਼ਾ ਪਾਤਸ਼ਾਹ ਨੇ ਉਹਨਾਂ ਗੁਰਸਿੱਖਾਂ ਦਾ ਚੁਣਿਆ ਜਿਹੜੇ ਮਹਾ ਆਨੰਦ ਦੀ ਪ੍ਰਾਪਤੀ ਕਰ ਚੁੱਕੇ ਹਨ, ਪ੍ਰਭੂ ਨੂੰ ਪਾ ਚੁੱਕੇ ਹਨ, ਲੋੜਾਂ ਰਹਿਤ ਅਵਸਥਾ ਦੇ ਵਿੱਚ ਪਹੁੰਚ ਚੁੱਕੇ ਹਨ। ਉਹਨਾਂ ਦਾ ਸੁਭਾਅ ਮਾਇਆ ਰਹਿਤ, ਬੈਰੀ ਰਹਿਤ, ਡਰ ਰਹਿਤ, ਸਵਾਰਥ ਰਹਿਤ ਹੋ ਚੁੱਕਿਆ ਹੈ। ਉਹਨਾਂ ਨੂੰ ਕੋਈ ਸੰਸਾਰੀ ਲੋੜ ਬਾਕੀ ਰਹਿ ਨਹੀਂ ਗਈ। ਪ੍ਰਭੂ ਦਾ ਰੂਪ ਹੀ ਬਣ ਚੁੱਕੇ ਹਨ। ਪਾਤਸ਼ਾਹ ਨੇ ਉਹਨਾਂ ਦੀ ਸ਼ਲਾਘਾ ਕੀਤੀ ਹੈ, ਉਹਨਾਂ ਦਾ ਸਤਿਕਾਰ ਕੀਤਾ ਹੈ, ਆਪਣੇ ਨਾਲੋਂ ਵੱਧ ਉਹਨਾਂ ਨੂੰ ਪਿਆਰ ਕੀਤਾ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਉਹ ਤੁਰਦੇ ਫਿਰਦੇ ਪ੍ਰਭੂ ਦਾ ਰੂਪ ਹਨ। ਪ੍ਰਭੂ ਨਿਰਕਾਰ ਹੈ, ਉਹ ਆਕਾਰ ਵਾਲੇ ਹਨ। ਉਹਨਾਂ ਨਾਲ ਬਾਤਚੀਤ ਹੋ ਸਕਦੀ ਹੈ, ਉਹਨਾਂ ਨਾਲ ਗੁਫ਼ਤਗੂ ਹੋ ਸਕਦੀ ਹੈ। ਪ੍ਰਭੂ ਬਾਰੇ, ਪ੍ਰਭੂ ਦੀ ਵਡਿਆਈ ਬਾਰੇ ਉਹ ਸਮਝਾ ਸਕਦੇ ਹਨ। ਉਹਨਾਂ ਦੀ ਸਲਾਹ, ਉਹਨਾਂ ਦੀ ਸੰਗਤ ਨਾਲ ਇਹ ਮਾਇਆ ਦਾ ਸਾਗਰ ਪਾਰ ਕੀਤਾ ਜਾ ਸਕਦਾ ਹੈ, ਉਹਦੀ ਕਿਰਪਾ ਦੇ ਨਾਲ। ਤੀਸਰਾ ਵਿਸ਼ਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਨਿੰਦਕਾਂ ਦਾ, ਜਿਹੜਾ ਨੈਗੇਟਿਵ ਫੈਕਟਰ ਆਫ ਯੂਨੀਵਰਸ ਹੈ, ਜਿਹੜੇ ਕ੍ਰਿਟਿਕ ਹੈ, ਰੱਬ ਨੂੰ ਨਿੰਦਦੇ ਨੇ, ਉਹਦੇ ਪਿਆਰਿਆਂ ਨੂੰ ਜਲੀਲ ਕਰਦੇ ਨੇ। ਮਨਮੁਖ ਪ੍ਰਭੂ ਦੇ ਪਿਆਰੇ ਨੂੰ ਹਮੇਸ਼ਾ ਹੀ ਤੰਗ ਕਰਦਾ ਆਇਆ, ਪਰ ਨਾਲ ਹੀ ਪ੍ਰਭੂ ਭਗਤਾਂ ਨੂੰ ਬਚਾਉਂਦਾ ਆਇਆ। ਪ੍ਰਭੂ ਭਗਤਾਂ ਦੀ ਸ਼ੀਲਡ ਹੈ, ਪ੍ਰੋਟੈਕਟਰ ਹੈ, ਹਮੇਸ਼ਾ ਉਹਨਾਂ ਦਾ ਸਾਥ ਦਿੰਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹ ਨਿੰਦਕ, ਉਹ ਪਾਪੀ ਲੋਕ, ਚੋਰ, ਹਰਾਮਖੋਰ, ਕੂੜਿਆਰ, ਨਿੰਦਕ, ਸੰਤ ਦੋਖੀ, ਸੰਤ ਨਿੰਦਕ ਵੀ ਤਰ ਸਕਦੇ ਹਨ। ਉਹਨਾਂ ਦੇ ਲਈ ਸਮਾਂ ਕਦੇ ਵੀ ਲੇਟ ਨਹੀਂ ਹੈ। ਜੇ ਇੱਕ ਪਿਆਰਾ ਜਿਹਨੇ ਪਾ ਲਿਆ, ਉਹ ਉਹਨਾਂ ਦੀ ਜਾਮਨੀ ਭਰ ਦੇਵੇ, ਉਹਨਾਂ ਦੀ ਜ਼ਿੰਮੇਵਾਰੀ ਲੈ ਲਵੇ, ਕਿੱਦਾਂ ਦਾ ਇਨਸਾਫ ਹੈ ਪ੍ਰਭੂ ਦਾ। ਇੱਕ ਪਿਆਰੇ ਦੇ ਕਹੇ ਤੇ ਦੋਖੀਆਂ ਨੂੰ, ਦੁਸ਼ਟਾਂ ਨੂੰ, ਪਾਪੀਆਂ ਨੂੰ ਬਰੀ ਕਰੀ ਜਾਂਦਾ। ਹਾਊ ਵੰਡਰਫੁਲ ਇਜ਼ ਦਾ ਕੋਰਟ ਆਫ ਲਾਰਡ। ਸਜ਼ਾ ਨਾਂ ਦੀ ਕੋਈ ਚੀਜ਼ ਹੈ ਨਹੀਂ, ਸਿਰਫ ਮਾਫੀ ਹੀ ਹੈ, ਪਾਰਡਨ ਹੀ ਹੈ। ਤੁਸੀਂ ਉਸ ਸਤ ਸੰਗੀ ਨੂੰ ਖੋਜ ਲਓ ਜਿਹੜਾ ਤੁਹਾਡਾ ਭਲਾ ਕਰ ਦੇਵੇ। ਜੇ ਗੁਰੂ ਦਾ ਪਿਆਰਾ ਚਾਹਵੇ ਤਾਂ ਮਾਇਆ ਦੇ ਬੰਧਨ ਕੱਟ ਸਕਦਾ ਹੈ।
ਇਹ ਗੁਰੂ ਮਹਾਰਾਜ ਨੇ ਤੀਸਰਾ ਵਿਸ਼ਾ ਜਿਹੜਾ ਸੁਖਮਣੀ ਸਾਹਿਬ ਦੇ ਵਿੱਚ ਚੁਣਿਆ ਹੈ। ਸੱਚੇ ਪਾਤਸ਼ਾਹ ਨੇ ਇਨਸਾਨ ਨੂੰ ਭਗਵਾਨ ਬਣਾਉਣ ਦਾ ਯਤਨ ਕੀਤਾ ਹੈ, ਬਹੁਤ ਹੀ ਸਾਦੇ ਪਿਆਰੇ ਤਰੀਕੇ ਦੇ ਨਾਲ, ਜਿੱਥੇ ਇਨਸਾਨ ਦਾ ਕੁਝ ਵੀ ਨਹੀਂ ਲੱਗਦਾ, ਨਾ ਸਮਾਂ ਨਾ ਪਦਾਰਥ, ਸਿਰਫ ਤਬਦੀਲ ਹੋਣ ਦੀ ਲੋੜ ਹੈ। ਬਦਲਣਾ, ਤਬਦੀਲ ਹੋਣਾ ਇਨਸਾਨ ਦਾ ਸੁਭਾਅ ਹੈ। ਇਨਸਾਨ ਬਣਿਆ ਬਦਲ ਦੇ ਲਈ ਹੈ। ਜੇ ਇੱਕ ਬਦਲ ਪ੍ਰਭੂ ਵੱਲ ਬਦਲ ਲਵੇ ਤਾਂ ਜੀਵਨ ਹੀ ਬਦਲ ਗਿਆ। ਉਹ ਪਹਿਲਾਂ ਵਾਲਾ ਪ੍ਰਾਣੀ ਰਿਹਾ ਹੀ ਨਹੀਂ, ਉਹਦਾ ਪੁਨਰਗਠਨ ਹੋ ਗਿਆ। ਹੁਣ ਉਹ ਪ੍ਰਭੂ ਦਾ ਪਿਆਰਾ ਬਣ ਗਿਆ, ਦਰਵੇਸ਼ ਬਣ ਗਿਆ, ਮਲੰਗ ਬਣ ਗਿਆ, ਅਸੀਸਾਂ ਦੇਣ ਵਾਲਾ, ਭਲਾ ਕਰਨ ਵਾਲਾ, ਵੰਡਣ ਵਾਲਾ, ਉਸ ਦਾਤੇ ਦਾ ਰੂਪ ਬਣ ਗਿਆ, ਕਿਉਂਕਿ ਉਹਨੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ, ਆਪਣੇ ਆਪ ਨੂੰ ਪੂਰੇ ਦੀ ਪੂਰਾ ਢੇਰੀ ਕਰ ਦਿੱਤਾ। ਖਾਲੀ ਹੋ ਗਿਆ ਤੇ ਉਹਨੇ ਆਪਣੇ ਵਿਵੇਕਤਾ ਨਾਲ ਉਹਨੂੰ ਭਰ ਦਿੱਤਾ। ਹੁਣ ਪ੍ਰਭੂ ਦੀ ਅਕਲ, ਪ੍ਰਭੂ ਦਾ ਗਿਆਨ ਉਹਦੇ ਮਨ ਦੇ ਵਿੱਚ ਪ੍ਰਵੇਸ਼ ਕਰ ਗਿਆ ਤੇ ਉਹ ਦਰਵੇਸ਼, ਜਨ ਦਾਸ, ਜਿਹੜਾ ਕੁਝ ਵੀ ਮੰਗਦਾ ਉਹਨੂੰ ਮਿਲਦਾ, ਜਿਹੜਾ ਉਹਨੇ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਕੀਤਾ, ਉਹਦੀ ਅਕਲ ਨੂੰ ਸਮਝ ਕੇ, ਉਹਦੇ ਗਿਆਨ ਨੂੰ ਪਾ ਕੇ ਹਿਰਦੇ ਦੇ ਵਿੱਚ ਵਸਾਇਆ। ਸੁਣ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੈ ਨਾਨਕ ਫਲ ਪਾਓ। ਲਿਖਤੀ ਰੂਪ ਦੇ ਵਿੱਚ ਗੁਰੂ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਨੇ ਲਿਖਤੀ ਰੂਪ ਦੇ ਵਿੱਚ ਤੈਨੂੰ ਪ੍ਰਾਣੀ ਸਮਝਾਇਆ ਇਨ ਰਾਈਟਿੰਗ, ਕਿ ਗਰੰਟੀ ਹੈ ਜਦੋਂ ਤੂੰ ਉਹਦਾ ਨਾਮ ਸਿਮਰ ਕੇ ਉਹਦੀ ਅਕਲ ਨੂੰ ਆਪਣੀ ਅਕਲ ਬਣਾ ਲਵੇਗਾ, ਫਿਰ ਜਿਹੜਾ ਕੁਝ ਮਰਜ਼ੀ ਮੰਗ ਲੈ ਅਵੱਸ਼ ਹੀ ਮਿਲੇਗਾ। ਗੁਰੂ ਪਿਆਰਿਓ, ਅੱਜ ਇੰਨਾ ਹੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।